कोट कोटि मेरी आरजा। पवन पियन अप्याओ, चंद सूरज दोए गुफै न देखा, सुपनै सौण न थाओ। भी तेरी कीमत ना पवै, हो के वड्या खानाओ। साचा निरंकार निज थाए, साचा निरंकार निज थाए। सुन सुन आखण आखणा, जे भावै करे तमाए। उसा कटिया वार वार, पीसण पीसा पाए। अग्गी सेती जालिया, भस्म सेती रल जाओ। भी तेरी कीमत ना पवै, भी तेरी कीमत ना पवै, हो के वड्या खाना। पंखी होए कै जे भवा, सै असमानी जाओ। पंखी होए कै जे भवा, सै असमानी जाओ। नदरी किसै न आवऊ, ना किछ पिया न खाओ। भी तेरी कीमत ना पवै, हो के वड्या खाना। नानक कागद लखमणा, पढ़ पढ़ कीचै भाओ। मस्सू तोट न आवई, लेखन पौन चलाओ। भी तेरी कीमत ना पवै, हो के वड्या खानाओ। भी तेरी कीमत ना पवै, हो के वड्या खानाओ। हम अवगुण परे एक गुण नाही, अमृत छाड़ बिख बिख खाई। माया मोह भरम पै भूले, सुत दारा स्यों। एक उत्तम पंथ सुन्यो गुर संगत, तेह मिलंत जम। एक अरदास पाठ कीरत की, गुर रामदास। सो कहो टल गुर सेविय, अहनस सहज। दर्शन परसै गुरु कै जन्म, होवै सिफत खसम। नूर अरसों तुद डठे, मल जन्म जन्म दी। सज्जन सच्चा पातशाह, सिर सांदै। जिस पास बैठिया सोईयै, सबना दा विसाह। सतनाम श्री वाहिगुरु साहिब जी। तनासरी महला पंजवा, घर बारवा। एक ओंकार, सतगुर प्रसाद। बंदना हर बंदना, गुण गावहो गोपाल राय। बंदना हर बंदना,
ਗੁਣ ਗਾਵਹੁ ਗੋਪਾਲ ਰਾਈ ਰਹਾਉ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪ੍ਰਾਦ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪਹੁ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨਾ ਪੀੜੇ, ਜਮ ਜੰਦਾਰ ਨਾ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਨਤਮਸਤਕ ਹੋ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਪੂਰਬਲੇ ਜਨਮਾਂ ਦੇ ਕਰਮ ਜਾਗੇ ਹਨ, ਫਲੀਭੂਤ ਹੋਏ ਹਨ ਕਿ ਸਤਿਗੁਰਾਂ ਦੀ ਪਾਵਨ ਸੰਗਤ ਵਿੱਚ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਸਾਨੂੰ ਸਾਰਿਆਂ ਨੂੰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰਾਂ ਦੀ ਤੁਰਕੀ ਅਕਾਲੀ ਬਾਣੀ ਦੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਾਹਿਬੇ ਕਮਾਲ ਵਾਲੀਏ ਦੋ ਜਹਾਨ ਸਰਬੰਸਦਾਨੀ ਕਲਗੀਧਰ ਸੁਆਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਬੇਅੰਤ ਰੌਣਕਾਂ ਨੇ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰਾਂ ਕਰਦੀਆਂ ਹਨ। ਰੋਪੜ ਤੋਂ ਚੱਲਿਆ ਇੱਕ ਕਾਜੀ ਸਲਾਰਦੀਨ ਆਨੰਦਪੁਰ ਸਾਹਿਬ ਦੇ ਕੋਲੋਂ ਦੀ ਗੁਜ਼ਰਿਆ। ਆਨੰਦਪੁਰ ਸਾਹਿਬ ਦੀ ਰੌਣਕ ਵੇਖੀ, ਸੰਗਤਾਂ ਵੇਖੀਆਂ। ਇੱਕ ਸਿੰਘ ਨੂੰ ਰੋਕ ਕੇ ਉਹਦੇ ਕੋਲੇ ਨੇ ਆਪਣਾ ਸ਼ੰਕਾ ਜ਼ਾਹਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖਤ ਤੇ ਬੈਠਦੇ ਨੇ, ਸਿੱਖ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ, ਉਹਨਾਂ ਨੂੰ ਮੱਥਾ ਟੇਕਦੇ ਨੇ। ਗੁਰੂ ਜੀ ਉਹਨਾਂ ਕੋਲੋਂ ਆਪਣੇ ਚਰਨਾਂ ਤੇ ਮੱਥਾ ਟਿਕਾਉਂਦੇ ਨੇ, ਠੀਕ ਨਹੀਂ, ਤੇ ਉਹਨਾਂ ਨੂੰ ਮੱਥਾ ਟੇਕ ਕੇ ਕੀ ਲੱਭਦਾ ਹੋਣਾ, ਕੀ ਮਿਲਦਾ ਹੋਣਾ।
ਇਹ ਸ਼ੰਕਾ ਕਰਕੇ ਸਲਾਰਦੀਨ ਉੱਥੋਂ ਚਲਾ ਗਿਆ। ਅੱਗੇ ਕਿਸੇ ਨਗਰ ਗਿਆ ਹੋਵੇਗਾ, ਮਹਾਰਾਜ ਜੀ ਨੂੰ ਸਿੰਘ ਨੇ ਜਾ ਕੇ ਦੱਸਿਆ, ਮਹਾਰਾਜ ਏਦਾਂ ਇੱਕ ਕਾਜੀ ਨੇ ਸ਼ੰਕਾ ਕੀਤਾ। ਕਲਗੀਧਰ ਸਵਾਮੀ ਕਹਿਣ ਲੱਗੇ, ਜਦੋਂ ਵਾਪਸ ਆਵੇ ਖਿਆਲ ਰੱਖਿਓ, ਉਹਨੂੰ ਸਾਡੇ ਕੋਲ ਲੈ ਕੇ ਆਇਓ। ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ ਘਰ ਹੈ। ਇੱਥੇ ਕੋਈ ਸ਼ੰਕਾ ਕਰਕੇ ਜਾਵੇ ਇਹ ਜ਼ਰੂਰੀ ਨਹੀਂ, ਉਹਨਾਂ ਦੇ ਸ਼ੰਕੇ ਦਾ ਨਿਵਾਰਨ ਜ਼ਰੂਰੀ ਹੈ। ਜੇ ਉਹਦੇ ਮਨ 'ਚ ਸ਼ੰਕਾ ਹੈ ਤਾਂ ਉਹ ਸ਼ੰਕਾ ਜ਼ਰੂਰ ਦੂਰ ਕਰਾਂਗੇ। ਪੂਰਾ ਗੁਰੂ ਕਦੇ ਵੀ ਆਪਣੇ ਘਰ ਆਉਣ ਵਾਲਿਆਂ ਦੇ ਹਿਰਦੇ 'ਚ ਸ਼ੰਕਾ ਨਹੀਂ ਰਹਿਣ ਦਿੰਦਾ, ਉਸ ਦੇ ਸ਼ੰਕੇ ਦਾ ਨਿਵਾਰਨ ਕਰ ਦਿੰਦਾ। ਪਰ ਜਿਹੜਾ ਗੁਰੂ ਆਪਣੇ ਸੇਵਕ ਦੇ ਹਿਰਦੇ 'ਚੋਂ ਸ਼ੰਕਾ ਨਾ ਨਿਵਾਰ ਸਕੇ, ਉਹ ਗੁਰੂ ਨਰਕਗਾਮੀ ਹੁੰਦਾ। ਖਿਆਲ ਰੱਖਿਓ, ਜਦੋਂ ਕਾਜੀ ਆਵੇ ਉਹਨੂੰ ਲੈ ਕੇ ਆਇਓ। ਇੱਕ ਦੋ ਦਿਨ ਗੁਜ਼ਰੇ, ਸਿੰਘ ਉੱਥੇ ਰਸਤੇ ਤੇ ਹੀ ਸਨ, ਪਹਿਰੇ ਤੇ ਰਹਿੰਦੇ ਸੀ। ਕਾਜੀ ਵਾਪਸ ਆਇਆ, ਸਿੰਘ ਨੂੰ ਟੱਕਰਿਆ, ਆਖਿਆ ਕਾਜੀ ਸਾਹਿਬ, ਕਲਗੀਧਰ ਜੀ ਨੇ ਯਾਦ ਕੀਤਾ, ਜੋ ਤੁਸੀਂ ਸ਼ੰਕਾ ਕੀਤਾ ਉਹਦਾ ਜਵਾਬ ਕਲਗੀਧਰ ਜੀ ਨੇ ਤੁਹਾਨੂੰ ਦੇਣਾ। ਕਾਜੀ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਏ। ਕਾਜੀ ਨੇ ਆਖਿਆ, ਜੀ ਆ ਜਿਹੜੇ ਸਿੱਖ ਤੁਹਾਨੂੰ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ, ਤੁਹਾਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਇਹਨਾਂ ਨੂੰ ਕੀ ਮਿਲਦਾ ਹੈ, ਕੀ ਲੱਭਦਾ ਹੈ, ਪ੍ਰਾਪਤ ਕੀ ਹੋਣਾ ਹੈ? ਕਲਗੀਧਰ ਜੀ ਨੇ ਆਖਿਆ, ਕਾਜੀ ਜੀ ਪ੍ਰੈਕਟੀਕਲ ਕਰਕੇ ਵਿਖਾਈਏ। ਏਦਾਂ ਜ਼ੁਬਾਨੀ ਦੱਸਿਆ ਸ਼ਾਇਦ ਤੁਹਾਨੂੰ ਸਮਝ ਨਾ ਪਵੇ। ਹੁਕਮ ਕੀਤਾ, ਸਾਡੀ ਖਜ਼ਾਨੇ ਦੀ ਜਿਹੜੀ ਮੋਹਰ ਹੁੰਦੀ ਸਟੈਂਪ, ਉਹ ਲੈ ਕੇ ਆਓ। ਉਹ ਮੋਹਰ ਲਿਆਂਦੀ, ਕਾਜੀ ਨੂੰ ਦਿੱਤੀ। ਆਖਿਆ, ਕਾਜੀ ਸਾਹਿਬ ਇਹਦੇ ਤੇ ਫਾਰਸੀ 'ਚ ਅੱਖਰ ਲਿਖੇ ਨੇ, ਤੁਹਾਡੀ ਬੋਲੀ ਫਾਰਸੀ ਆ, ਤੁਸੀਂ ਪੜ੍ਹਦੇ ਲਿਖਦੇ ਹੋ, ਇਹਦੇ ਤੇ ਪੜ੍ਹੋ ਖਾਂ ਕੀ ਲਿਖਿਆ। ਹੁਣ ਕਾਜੀ ਦੇ ਹੱਥ ਵਿੱਚ ਉਹ ਸਟੈਂਪ ਹੈ, ਮੋਹਰ ਹੈ, ਵੇਖੀ ਜਾਂਦਾ ਹੈ। ਹੁਣ ਉਹਦੇ ਤੇ ਅੱਖਰ ਪੁੱਠੇ ਹੁੰਦੇ ਐ। ਕਹਿੰਦਾ ਜੀ ਤਾਂ ਪੁੱਠੇ ਅੱਖਰ ਨੇ, ਸਮਝ ਨਹੀਂ ਆਉਂਦੇ। ਕਾਗਜ਼ ਦਿੱਤਾ, ਇਹਦੇ ਤੇ ਲਾਓ, ਠੱਪਾ ਲਾਓ ਤੇ ਫਿਰ ਪੜ੍ਹੋ। ਜਦੋਂ ਠੱਪਾ ਲਾਇਆ ਤੇ ਫਿਰ ਪੜ੍ਹਿਆ, ਦੇਗੋ ਤੇਗੋ ਫਤਿਹ ਨੁਸਰਤ ਵੇਦ ਰੰਗ, ਯਾਫਤਜ ਨਾਨਕ ਗੁਰੂ ਗੋਬਿੰਦ ਸਿੰਘ। ਉਸੇ ਵੇਲੇ ਪੜ੍ਹ ਦਿੱਤਾ। ਕਹਿੰਦਾ ਮਹਾਰਾਜ ਜੀ ਕਹਿੰਦੇ ਹੁਣ ਕਿਵੇਂ ਪੜ੍ਹੇ ਗਏ? ਕਹਿੰਦਾ ਜੀ ਹੁਣ ਇਹ ਜਿਹੜੇ ਪੁੱਠੇ ਅੱਖਰ ਸਨ ਸਿੱਧੇ ਹੋ ਗਏ ਨੇ, ਮਿਟੇ ਤਾਂ ਨਹੀਂ, ਅੱਖਰ ਤਾਂ ਉਹੀ ਨੇ ਜਿਹੜੇ ਮੋਹਰ ਤੇ ਸਨ। ਕਹਿੰਦਾ ਜੀ ਹਾਂ, ਅੱਖਰ ਤਾਂ ਉਹੀ ਨੇ, ਮਿਟੇ ਨਹੀਂ ਹਨ, ਪਰ ਹੁਣ ਸਿੱਧੇ ਹੋ ਗਏ ਨੇ। ਪਾਤਸ਼ਾਹ ਕਹਿੰਦੇ ਸਾਡੇ ਸਿੱਖਾਂ ਦੇ ਮੱਥੇ ਦੇ ਲੇਖ ਜਿਹੜੇ ਨੇ, ਭਾਵੇਂ ਉਹ ਮਿਟਦੇ ਨਹੀਂ ਹਨ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਉਹ ਨਹੀਂ ਮਿਟਦੇ। ਪਰ ਜਦੋਂ ਸਾਡੇ ਸਿੱਖ ਆ ਕੇ ਸਾਨੂੰ ਨਮਸਕਾਰ ਕਰਦੇ ਨੇ, ਬੰਦਨਾ ਕਰਦੇ ਨੇ, ਤਾਂ ਇਹਨਾਂ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ। ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨ ਦਾ ਇਹ ਭਾਵ ਹੈ। ਮੈਂ ਇਹ ਉਦਾਹਰਣ ਸਾਖੀ ਰੂਪ ਵਿੱਚ ਆਪ ਜੀ ਨੂੰ ਤਾਂ ਸਰਵਣ ਕਰਾਈ ਹੈ ਕਿਉਂਕਿ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰਾਂ ਨੇ ਨਮਸਕਾਰ ਕਰਨ ਦਾ ਜ਼ਿਕਰ ਕੀਤਾ। ਆਓ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ ਘਰ 12ਵਾਂ। ਇੱਕ ਓੰਕਾਰ
ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। 12ਵੇਂ ਘਰ ਸੁਰ ਤਾਲ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਮੰਗਲਾਚਰਨ ਕਰਦੇ ਨੇ ਸਾਹਿਬ ਅਕਾਲ ਪੁਰਖ ਇੱਕ ਹੈ। ਇੱਕ ਓੰਕਾਰ ਉਸੇ ਇੱਕ ਦਾ ਹੀ ਇਹ ਸਾਰਾ ਪਸਾਰ ਹੈ ਜਿਤਨਾ ਇਹ ਸੰਸਾਰ ਹੈ। ਏਕ ਮਿਵਾਏ ਪ੍ਰਜਾਇਤੀ ਬਹੁ ਸ਼ਿਆਮਾ। ਇੱਕ ਨੇ ਸੰਕਲਪ ਕੀਤਾ ਮੈਂ ਬਹੁ ਰੂਪ ਹੋ ਜਾਵਾਂ ਤਾਂ ਇਹ ਸਾਰਾ ਸੰਸਾਰ ਬਣਿਆ। ਜਦੋਂ ਇੱਕ ਨੇ ਬਹੁ ਰੂਪ ਹੋ ਜਾਣ ਦਾ ਸੰਕਲਪ ਕੀਤਾ ਤੇ ਉਚਾਰਿਆ ਓੰਕਾਰ ਤਾਂ ਸਭ ਕੁਝ ਬਣ ਗਿਆ। ਓੰਕਾਰ ਬ੍ਰਹਮਾ ਉਤਪਾਤ ਓੰਕਾਰ ਕੀਆ ਜਨ ਚੇਤੋ ਓੰਕਾਰ ਸੈਲ ਜੁਗ ਪਹੇ। ਫਿਰ ਇਹ ਸਭ ਕੁਝ ਬਣ ਗਿਆ। ਜਿਹੜਾ ਸਭ ਤੋਂ ਪਹਿਲਾ ਕਵਾਓ ਸੀ ਪ੍ਰਮਾਤਮਾ ਦੇ ਮੁਖਾਰ ਬਿੰਦ ਚੋਂ ਉਚਾਰਿਆ ਹੋਇਆ, ਜਿਸ ਕਵਾਓ ਤੋਂ ਇਹ ਸਾਰਾ ਪਸਾਰਾ ਪਸਰਿਆ, ਉਹ ਕਵਾਓ ਸੀ ਇੱਕ ਓੰਕਾਰ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਜਿਹੜਾ ਇੱਕ ਕਵਾਓ ਤੋਂ ਇੱਕ ਕਵਾਓ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਵੀ ਉਹ ਕਿਹੜਾ ਸੀ, ਉਹ ਇਹੀ ਸੀ ਓੰਕਾਰ, ਜੋ ਸਭ ਨੂੰ ਪੈਦਾ ਕਰਦਾ, ਪਾਲਦਾ ਤੇ ਸੰਹਾਰ ਕਰਦਾ। ਸਭ ਦਾ ਪਾਲਣਹਾਰ ਵੀ ਹੈ, ਸਭ ਦਾ ਸੰਘਾਰਕ ਵੀ ਹੈ, ਸਭ ਨੂੰ ਪੈਦਾ ਕਰਨ ਵਾਲਾ ਵੀ ਹੈ, ਸਭ ਦਾ ਪ੍ਰਕਾਸ਼ਕ ਵੀ ਹੈ। 63 ਅਰਥ ਕੀਤੇ ਨੇ ਦੁਨੀਆ ਦੇ 7 ਮਤਾਂ ਵਾਲਿਆਂ ਨੇ, ਵੈਸ਼ਨਵ ਮਤ ਵਾਲਿਆਂ ਨੇ, ਯੋਗ ਮਤ ਵਾਲਿਆਂ ਨੇ ਓੰਕਾਰ ਦੇ। ਗੁਰੂ ਸਾਹਿਬ ਨੇ ਜੋ ਪਹਿਲਾਂ ਇੱਕ ਕਿਹਾ, ਇਹਦਾ ਮਤਲਬ ਹੈ ਕਿ ਉਹ ਇੱਕ ਹੈ। ਉਹਨੂੰ ਤੁਸੀਂ ਵੱਖੋ ਵੱਖਰੀ ਸ਼ਕਤੀ ਵਿੱਚ ਨਾ ਵੰਡੋ। ਸ਼ਕਤੀਆਂ ਉਹਦੀਆਂ ਅੱਗੇ ਅਨੇਕਾਂ ਹੋ ਸਕਦੀਆਂ ਨੇ। ਸੂਰਜ ਦੀਆਂ ਕਿਰਨਾਂ ਅੱਗੇ ਅਨੇਕਾਂ ਫੈਲ ਸਕਦੀਆਂ ਨੇ, ਪਰ ਵਾਸਤਵਿਕ ਰੂਪ ਵਿੱਚ ਤਾਂ ਆਕਾਸ਼ ਵਿੱਚ ਇੱਕ ਹੀ ਹੈ ਨਾ। ਇਹਨਾਂ ਨੇ ਵੱਖੋ ਵੱਖਰੀਆਂ ਸ਼ਕਤੀਆਂ ਦਾ ਵਰਣਨ ਕਰਕੇ ਉਹਨਾਂ ਸ਼ਕਤੀਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਨੇ ਆਖਿਆ ਇਹਨਾਂ ਸ਼ਕਤੀਆਂ ਨੂੰ ਆਸ਼ਰਾ ਦੇਣ ਵਾਲਾ, ਇਹਨਾਂ ਨੂੰ ਚੇਤਨਤਾ ਦੇਣ ਵਾਲਾ ਤਾਂ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਉਹਨੂੰ ਤੁਸੀਂ ਰਜੋਗੁਣੀ ਸ਼ਕਤੀ ਕਹੋ, ਤਮੋਗੁਣੀ ਸ਼ਕਤੀ ਕਹੋ, ਸਤੋਗੁਣੀ ਸ਼ਕਤੀ ਕਹੋ। ਉਹਨਾਂ ਦੇ ਅਧਿਦੇਵ ਬ੍ਰਹਮਾ ਨੂੰ, ਵਿਸ਼ਨੂੰ ਨੂੰ, ਸ਼ਿਵ ਨੂੰ ਕਹੋ, ਪਰ ਬ੍ਰਹਮਾ ਵਿਸ਼ਨੂੰ ਸ਼ਿਵ ਦਾ ਜਿਹੜਾ ਅਧਿਸ਼ਠਾਨ ਹੈ, ਆਸਰਾ ਹੈ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕਿਵੇਂ ਮਿਲਦਾ ਹੈ, ਕਿਵੇਂ ਪ੍ਰਾਪਤ ਹੁੰਦਾ ਹੈ? ਤਾਂ ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰਾ। ਸਤਿਗੁਰ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਮੇਰੀ ਬੰਦਨਾ ਹੈ ਗੁਰੂ ਚਰਨਾਂ ਵਿੱਚ, ਆਪਣੇ ਹਰੀ ਦੇ ਚਰਨਾਂ ਵਿੱਚ। ਬੰਦਨਾ ਹੈ, ਨਮਸਕਾਰ ਹੈ। ਬੰਦਨਾ, ਮੈਂ ਬੰਦਨਾ ਕਰਦਾ, ਮੱਥਾ ਟੇਕਦਾ, ਨਮਸਕਾਰ ਕਰਦਾ। ਇਹ ਭਗਤੀ ਹੈ। ਮੰਗਲ ਨੇ 4 ਤਰ੍ਹਾਂ ਦੇ, 4 ਪ੍ਰਕਾਰ ਦੇ ਮੰਗਲਾਂ ਚ ਇੱਕ ਮੰਗਲ ਹੁੰਦਾ ਨਮਸਕਾਰਾਤਮਕ ਮੰਗਲ। ਨਮਸਕਾਰ ਕਰ, ਜਦੋਂ ਨਮਸਕਾਰ ਕਰਦੇ ਆ ਉਦੋਂ ਸਾਡਾ ਮੱਥਾ ਝੁਕਦਾ, ਸੀਸ ਝੁਕਦਾ। ਸੀਸ ਝੁਕਾਉਣ ਦਾ ਮਤਲਬ ਹੈ ਕਿ ਮੈਂ ਆਪਣਾ ਸੀਸ ਤੁਹਾਡੇ ਚਰਨਾਂ ਚ ਅਰਪਣ ਕਰਦਾ। ਇਸ ਸੀਸ ਦੇ ਵਿੱਚ ਜਿਹੜੀ ਮੱਤ ਹੈ, ਸੁਰਤ ਹੈ, ਉਹਦੇ ਵਿੱਚ ਮਹਾਰਾਜ ਜੀ ਤੁਸੀਂ ਆਪਣਾ ਪ੍ਰਕਾਸ਼ ਕਰੋ। ਇਹਦੇ ਵਿੱਚ ਤੁਸੀਂ ਆਪਣਾ ਪ੍ਰਕਾਸ਼ ਕਰੋ। 5 ਪਿਆਰਿਆਂ ਦੀ ਸਾਜਨਾ ਹੁੰਦੀ ਹੈ, ਮਹਾਰਾਜ ਜੀ ਸੀਸ ਮੰਗਦੇ ਨੇ। ਸ਼ੀਸ਼ ਮੰਗਣ ਦਾ ਮਤਲਬ ਹੀ ਇਹ ਹੈ, ਜਦੋਂ ਅਸੀਂ ਨਮਸਕਾਰ ਕੀਤੀ ਹੈ ਗੁਰੂ ਚਰਨਾਂ 'ਚ, ਉਹ ਸ਼ੀਸ਼ ਭੇਟ ਕੀਤਾ ਸਤਿਗੁਰਾਂ ਨੂੰ। ਨਮਸਕਾਰ ਕਰਕੇ ਆਪਣਾ ਸਿਰ ਗੁਰੂ ਚਰਨਾਂ ਨੂੰ ਦਿੱਤਾ। ਮਹਾਰਾਜ ਆਪ ਜੀ ਦਾ ਹੈ।
ਹੁਣ ਇਸ ਸਿਰ ਵਿੱਚ ਮੇਰੀ ਮਤ ਕੰਮ ਨਹੀਂ ਕਰਨੀ, ਇਸ ਸਿਰ ਦੇ ਵਿੱਚ ਮੇਰਾ ਦਿਮਾਗ ਕੰਮ ਨਹੀਂ ਕਰਨਾ, ਇਸ ਸਿਰ ਵਿੱਚ ਤੁਹਾਡੀ ਦਿੱਤੀ ਹੋਈ ਮਤ ਕੰਮ ਕਰੇ। ਮੈਂ ਆਪਣਾ ਸੀਸ ਤੁਹਾਡੇ ਚਰਨਾਂ ਚਰਪਦਾ। ਜਿਵੇਂ ਆਮ ਕਰਕੇ ਕਹਾਵਤ ਨਹੀਂ ਕਹਿੰਦੇ, ਹੁਣ ਉਖੜ ਥੱਲੇ ਸਿਰ ਦਿੱਤਾ, ਹੁਣ ਤਾਂ ਜੋ ਹੋਏਗੀ ਵੇਖੀ ਜਾਏਗੀ, ਕਹਿ ਦਿੰਦੇ ਆ ਨਾ। ਸਿਰ ਦੇਣ ਦਾ ਮਤਲਬ ਇਹੀ, ਉੱਥੇ ਸੱਚਾਈ ਰੂਪ ਦੇ ਵਿੱਚ ਤਾਂ ਨਹੀਂ ਉਖੜ ਦੇ ਥੱਲੇ ਦਿੱਤਾ ਹੁੰਦਾ ਸਿਰ, ਕਹਿਵਤ ਹੈ। ਪਰ ਇੱਥੇ ਸੀਸ ਗੁਰੂ ਚਰਨਾਂ ਵਿੱਚ ਅਰਪਣ ਕਰਨ ਦਾ ਮਤਲਬ ਸਿਰ ਵੱਢ ਕੇ ਦੇਣ ਦਾ ਮਤਲਬ ਨਹੀਂ ਹੈ ਵੀ ਵੱਢ ਕੇ ਆ ਲਓ ਮਹਾਰਾਜ। ਇੱਥੇ ਸੀਸ ਭਾਵੇਂ ਸਾਡੇ ਧੜ ਤੇ ਹੀ ਲੱਗਾ, ਪਰ ਉਹ ਫਿਰ ਵੀ ਸਤਿਗੁਰਾਂ ਦਾ ਰਹਿਣਾ, ਗੁਰੂ ਕਾ ਰਹਿਣਾ। ਇਸੇ ਕਰਕੇ ਸਿੰਘ ਕੇਸਾਂ ਦਾ ਸਤਿਕਾਰ ਕਰਦੇ ਨੇ, ਝੂਠੇ ਹੱਥ, ਚਿਹਰੇ ਨੂੰ ਵੀ ਝੂਠੇ ਹੱਥ ਨਹੀਂ ਲਾਉਂਦੇ, ਆਪਣੇ ਚਿਹਰੇ ਨੂੰ ਵੀ, ਦਸਤਾਰ ਨੂੰ ਵੀ ਝੂਠੇ ਹੱਥ। ਰਹਿਤਨਾਮਿਆਂ ਵਿੱਚ ਤਾਂ ਇੱਥੋਂ ਤੱਕ ਬਚਨ ਆਇਆ, ਕਲਗੀਧਰ ਪਾਤਸ਼ਾਹ ਦੇ ਬਚਨ ਨੇ। ਇੱਕ ਵਾਰੀ ਇੱਕ ਸਿੱਖ ਲੇਪਣੀ ਨਾ ਅੱਗੇ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਲੇਪ ਕਰ ਦਿੰਦਾ ਸੀ, ਅੱਜ ਥੋੜਾ ਜਿਹਾ ਲੇਟ ਹੋ ਗਿਆ ਤੇ ਕਾਲੀ ਕਾਲੀ ਲੇਪਣ ਲੱਗਾ ਤੇ ਮਹਾਰਾਜ ਜੀ ਦੇ ਚਿੱਟਾ ਚੋਲਾ ਪਾਇਆ ਤੇ ਉੱਤੇ ਛਿੱਟੇ ਪੈ ਗਏ। ਮਹਾਰਾਜ ਜੀ ਨੇ ਆਖਿਆ ਮਾਰੋ ਚਪੇੜੇ ਦੇ। 8-10 ਸਿੰਘ ਸੀ, ਸਾਰਿਆਂ ਨੇ ਮਾਰ ਮਾਰ ਚਪੇੜਾਂ ਉਹਦਾ ਮੂੰਹ ਲਾਲ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਆ ਕੀ ਕੀਤਾ ਤੁਸੀਂ? ਕਹਿੰਦੇ ਜੀ ਤੁਹਾਡਾ ਹੁਕਮ ਮੰਨਿਆ ਸੀ। ਮਹਾਰਾਜ ਕਹਿੰਦੇ ਮੈਂ ਚਪੇੜ ਮਾਰਨ ਨੂੰ ਕਿਹਾ ਸੀ ਤੇ ਚਪੇੜ ਮਾਰਨ ਦਾ ਮਤਲਬ ਇੱਕ ਚਪੇੜ ਕਿਹਾ ਸੀ। ਕਹਿੰਦੇ ਚੰਗਾ ਬਚਨ ਮੰਨਿਆ ਸੀ, ਹੁਣ ਦੂਜਾ ਵੀ ਮੰਨੋ। ਫਿਰ ਕਿੱਡਾ ਸੋਹਣਾ ਲਾਲ ਚਿਹਰਾ ਹੋ ਗਿਆ ਇਹਦਾ, ਲਾੜੇ ਵਾਂਗੂ। ਆਪਣੀ ਲੜਕੀ ਦਾ ਡੋਲਾ ਦਿਓ, ਇਹਨੂੰ ਉਹਦਾ ਵਿਆਹ ਕਰੀਏ। ਉਦੋਂ ਸਾਰੇ ਵੇਖਣ ਲੱਗ ਪਏ ਸੱਜੇ ਖੱਬੇ। ਉੱਥੇ ਕਲਗੀਧਰ ਜੀ ਨੇ ਬਚਨ ਕਿਹਾ ਕਿ ਇਹਦਾ ਜਿਹੜਾ ਸਿਰ ਹੈ ਇਹ ਗੁਰੂ ਕਾ ਹੈ। ਤੁਸੀਂ ਜੇ ਚਪੇੜ ਮਾਰਨ ਨੂੰ ਤੁਹਾਨੂੰ ਕਿਹਾ ਸੀ, ਲੱਕ ਤੇ ਮਾਰ ਲੈਂਦੇ, ਪਿੱਠ ਤੇ ਮਾਰ ਲੈਂਦੇ, ਚਿਹਰੇ ਤੇ ਕਿਉਂ ਮਾਰੀ ਪਈ ਹੈ? ਸੀਸ ਜਦੋਂ ਗੁਰੂ ਦਾ ਹੈ। ਉਹ ਇਤਿਹਾਸ ਜਿਹੜਾ ਹੈ ਨਾ, ਉਹ ਸਾਨੂੰ ਸੰਕੇਤ ਦਿੰਦਾ। ਕਿਸੇ ਸਿੱਖ ਕੋਲੋਂ ਕਦੇ ਕੋਈ ਗਲਤੀ ਹੋ ਜਾਏ, ਉਹਦੇ ਚਿਹਰੇ ਦੇ ਉੱਤੇ ਚਪੇੜ ਨਾ ਮਾਰੋ। ਪਹਿਲੀ ਗੱਲ ਤਾਂ ਐਸਾ। ਅੱਜ ਤਾਂ ਸਿਰਾਂ ਤੋਂ ਦਮਾਲੇ ਲਾ ਕੇ, ਕੇਸ ਖਿਲਾਰ ਕੇ, ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਤੇ ਆਪਣੇ ਆਪ ਨੂੰ ਬੜੇ ਉੱਚੇ ਕਿਰਦਾਰ ਵਾਲੇ ਕਰ ਕਰ ਵਿਖਾਉਂਦੇ, ਅਸੀਂ ਆਹ ਵੇਖੋ ਕੰਮ ਕੀਤਾ। ਠੀਕ ਆ, ਉਹਨੇ ਕੋਈ ਨਰਾਦਰ ਕੀਤਾ, ਉਹਨੇ ਗਲਤੀ ਕੀਤੀ ਹੈ, ਪਰ ਉਹਦੇ ਕੇਸ ਉਹਦੇ ਨਹੀਂ ਹਨ, ਕੇਸ ਗੁਰੂ ਦੇ ਨੇ। ਹਾਂ ਕੋਈ ਅਨਮਤੀਆ ਹੋਵੇ ਗੱਲ ਵੱਖਰੀ ਹੈ, ਜੇ ਹੈ ਉਹ ਗੁਰੂ ਘਰ ਦਾ। ਤੂੰ ਇੰਨਾ ਸਿੰਘ ਪੁਰਾਣੇ ਸਮਿਆਂ ਵਿੱਚ ਸਿਰ ਦਾ ਸਤਿਕਾਰ ਕਰਿਆ ਕਰਦੇ ਕਿ ਸਿਰ ਗੁਰੂ ਦਾ ਹੈ, ਗੁਰੂ ਨੂੰ ਅਰਪਣ ਕੀਤਾ ਹੋਇਆ। ਬੰਦਨਾ ਹਰ ਬੰਦਨਾ। ਹੇ ਹਰੀ ਜੀ, ਮੈਂ ਤੁਹਾਡੇ ਚਰਨਾਂ ਵਿੱਚ ਬੰਦਨਾ ਕਰਦਾ, ਨਮਸਕਾਰ ਕਰਦਾ। ਇਹ ਭਗਤੀ ਦਾ ਪ੍ਰਕਾਰ ਹੈ। ਬਾਰੰਬਾਰ ਗੁਰੂ ਚਰਨਾਂ 'ਚ ਬੰਦਨਾ ਕਰਨੀ, ਬਾਰੰਬਾਰ ਗੁਰੂ ਚਰਨਾਂ 'ਚ ਨਮਸਕਾਰ ਕਰਨੀ। ਮੈਂ ਨਮਸਕਾਰ ਕਰਦਾ ਹਾਂ ਹਰੀ ਜੀ, ਨਮਸਕਾਰ ਕਰਦਾ ਹਾਂ। ਗੁਣ ਗਾਵੋ ਗੋਪਾਲ ਰਾਏ। ਹੇ ਭਾਈ, ਉਸ ਗੋਪਾਲ ਰਾਜੇ ਦੇ ਗੁਣ ਗਾਓ ਜਿਹੜਾ ਸਾਰੇ ਜਗਤ ਦੇ ਜੀਵਾਂ ਨੂੰ ਪਾਲਣ ਵਾਲਾ, ਪਾਲਣਹਾਰ ਹੈ। ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ। ਰਹਾਉ ਵੱਡਾ ਭਾਗ ਭੇਟੇ ਗੁਰਦੇਵਾ। ਵਾਹਿਗੁਰੂ ਪਰਮੇਸ਼ਰ ਗੁਰੂ ਦਾ ਮੇਲ ਉਹ ਵੱਡਿਆਂ ਭਾਗਾਂ ਕਰਕੇ ਹੁੰਦਾ। ਵੱਡੇ ਭਾਗ ਹੋਣ ਤਾਂ ਗੁਰੂ ਮਿਲਦਾ। ਜਿਨ੍ਹਾਂ ਦੇ ਭਾਗ ਹੀ ਮਾੜੇ ਨੇ, ਕਰਮ ਹੀ ਮੰਦੇ ਨੇ, ਉਹ ਗੁਰੂ ਘਰ ਦੇ ਨੇੜੇ ਹੋ ਕੇ ਵੀ ਗੁਰੂ ਨਾਲ ਮੇਲ ਨਹੀਂ ਕਰ ਸਕਦੇ, ਗੁਰੂ ਕੇ ਦਰਸ਼ਨ ਨਹੀਂ ਕਰ ਸਕਦੇ। ਤੇ ਜਿਨ੍ਹਾਂ ਦੇ ਭਾਗ ਸਵੱਲੇ ਨੇ, ਉਹ ਕੋਹਾਂ ਤੋਂ ਆ ਕੇ ਸਾਹਿਬ ਦੇ ਦਰਸ਼ਨ ਕਰ ਲੈਂਦੇ।
ਇਸ ਕਰਕੇ ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਗੁਰੂ ਦੇ ਦਰਸ਼ਨ ਹੁੰਦੇ ਆ, ਗੁਰੂ ਦਾ ਮੇਲ ਪ੍ਰਾਪਤ ਹੁੰਦਾ ਹੈ। ਕੋਟ ਅਪਰਾਧ ਮਿਟੇ ਹਰ ਸੇਵਾ। ਹਰੀ ਦੀ ਸੇਵਾ ਕੀਤਿਆਂ ਕਰੋੜਾਂ ਅਪਰਾਧ ਮਿਟ ਜਾਂਦੇ ਨੇ, ਕਰੋੜਾਂ। ਜਦੋਂ ਸਾਹਿਬ ਦੀ ਸੇਵਾ ਵਿੱਚ ਲੱਗ ਜਾਈਏ, ਹਰੀ ਦੀ ਸੇਵਾ ਵਿੱਚ ਲੱਗ ਜਾਈਏ, ਤੇ ਹਰੀ ਦੀ ਸੇਵਾ ਵਿੱਚ ਲੱਗਿਆਂ ਕਰੋੜਾਂ ਅਪਰਾਧ, 1 2 4 ਨਹੀਂ, ਕਰੋੜਾਂ ਅਪਰਾਧ ਕੀਤੇ ਹੋਏ ਗੁਨਾਹ ਮਿਟ ਜਾਂਦੇ ਨੇ ਸਤਿਗੁਰਾਂ ਦੀ ਸੇਵਾ ਕਰਕੇ, ਹਰੀ ਦੀ ਸੇਵਾ ਕਰਕੇ। ਚਰਨ ਕਮਲ ਜਾ ਕਾ ਮਨ ਰਪੈ। ਦਾ ਮਨ ਸਾਹਿਬ ਦੇ ਚਰਨ ਕਮਲਾਂ ਦੇ ਰੰਗ ਵਿੱਚ ਰੰਗਿਆ ਹੋਇਆ। ਚਰਨ ਕਮਲ ਜਾ ਕਾ ਮਨ ਰਪੈ। ਸਾਹਿਬ ਦੇ ਚਰਨ ਕਮਲਾਂ ਵਿੱਚ ਜਿਸ ਦਾ ਮਨ ਰੰਗਿਆ ਗਿਆ, ਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਦੇ ਪ੍ਰੇਮ ਰੰਗ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਹੈ। ਸੋਗ ਅਗਨ ਤਿਸ ਜਨ ਨਾ ਵਿਆਪੈ। ਦੁੱਖਾਂ ਦੀ ਅੱਗ ਉਸ ਜਨ ਨੂੰ ਨਹੀਂ ਵਿਆਪਦੀ। ਜਿਹਦਾ ਮਨ ਸਾਹਿਬ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ, ਦੁੱਖਾਂ ਦੀ ਅੱਗ ਨਹੀਂ ਵਿਆਪਦੀ ਉਸ ਨੂੰ। ਸੋਗ ਦੀ ਅੱਗ, ਦੁੱਖ ਕੀ ਹੈ? ਜਨਮ ਤੇ ਮਰਨ ਦਾ ਦੁੱਖ। ਇਹ ਦੁੱਖ ਦੀ ਅੱਗ ਉਹਨਾਂ ਨੂੰ ਨਹੀਂ ਵਿਆਪਦੀ। ਸਾਗਰ ਤਰਿਆ ਸਾਧੂ ਸੰਗੇ। ਸਾਧੂ ਜਨਾਂ ਦਾ ਸੰਗ ਕਰਕੇ ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਆ ਜਿਹੜਾ ਭਵ ਸਾਗਰ ਹੈ, ਸੰਸਾਰ ਸਮੁੰਦਰ ਹੈ, ਸਾਧੂ ਜਨਾਂ ਦੇ ਸੰਗ ਦੁਆਰਾ ਹੀ ਇਹਦੇ ਤੋਂ ਤਰਿਆ ਜਾਂਦਾ। ਜਿਹੜੇ ਤਰੇ ਨੇ ਉਹ ਸਾਧ ਸੰਗਤ ਦੇ ਆਸਰੇ ਤਰੇ ਹਨ। ਨਿਰਭਉ ਨਾਮ ਜਪੋ ਹਰ ਰੰਗੇ। ਇਹ ਭਾਈ ਹਰੀ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ ਜੋ ਨਿਰਭਉ ਹੈ। ਪਰਮਾਤਮਾ ਨਿਰਭਉ ਹੈ, ਉਹਦਾ ਨਾਮ ਜਪੋ। ਨਿਰਭਉ ਦਾ ਨਾਮ ਜਪਣ ਵਾਲੇ ਵੀ ਨਿਰਭਉ ਹੋ ਜਾਂਦੇ ਹਨ। ਉਹਨਾਂ ਦੇ ਵੀ ਭੈ ਮਿਟ ਜਾਂਦੇ ਹਨ, ਉਹਨਾਂ ਦੇ ਵੀ ਖੌਫ ਦੂਰ ਹੋ ਜਾਂਦੇ ਹਨ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸ। ਉਹ ਵੀ ਨਿਰਭਉ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਪਰ ਤਨ ਦੁਖ ਕਿਛ ਪਾਪ ਨਾ ਫੇੜੇ। ਭਾਈ ਕਾਨ ਸਿੰਘ ਨਾਭਾ ਜੀ ਨੇ ਬੜਾ ਸੁੰਦਰ ਬਚਨ ਲਿਖਿਆ। ਉਹ ਕਹਿੰਦੇ ਨਿਰਭਉ 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 ਕਹਿ ਕੇ ਵੀ ਜੇ ਤੁਹਾਡੇ ਹਿਰਦੇ 'ਚ ਭਉ ਬਣਿਆ ਹੋਇਆ, ਇਹਦਾ ਮਤਲਬ ਤੁਸੀਂ ਨਿਰਭਉ ਰਸਨਾ ਤੋਂ ਕੁਰਲੀ ਕਰ ਰਹੇ ਹੋ, ਜਪ ਨਹੀਂ ਰਹੇ। ਨਿਰਵੈਰ 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 ਕਹਿੰਦਿਆਂ ਵੀ ਜੇ ਮਨ 'ਚ ਵੈਰ ਹੈ ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਕੇਵਲ ਕੁਰਲੀਆਂ ਕਰ ਰਹੇ ਹੋ ਜ਼ਬਾਨ ਨਾਲ, ਅੰਦਰ ਨਹੀਂ ਉਤਰ ਰਿਹਾ। ਭਾਈ ਕਾਨ ਸਿੰਘ ਜੀ ਨੇ, ਮਹਾਨ ਵਿਦਵਾਨ ਸਨ ਭਾਈ ਕਾਨ ਸਿੰਘ ਜੀ ਨਾਭਾ। ਜ਼ਿੰਦਗੀ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਉਹਨਾਂ ਨੇ ਪੰਥ ਦੀ ਸੇਵਾ ਕਰਦਿਆਂ, ਲਿਖਣ ਦੀ ਸੇਵਾ। ਮਹਾਨ ਕੋਸ਼ ਜੈਸੇ ਮਹਾਨ ਗ੍ਰੰਥ ਭਾਈ ਕਾਨ ਸਿੰਘ ਸਾਹਿਬ ਨੇ ਲਿਖੇ। ਗੁਰਮਤਿ ਮਾਰਤੰਡ ਲਿਖਿਆ, ਗੁਰਛੰਦ ਦਿਵਾਕਰ ਲਿਖਿਆ, ਗੁਰਮਤਿ ਸੁਦਾਕਰ ਲਿਖਿਆ। ਔਰ ਇਸੇ ਤਰ੍ਹਾਂ ਜਿਸ ਵਕਤ ਸਿੱਖਾਂ ਨੂੰ ਹਿੰਦੂ ਕਹਿਣ ਵਾਸਤੇ ਪ੍ਰੇਰਿਤ ਕੀਤਾ ਗਿਆ ਵੀ ਸਿੱਖ ਵੀ ਹਿੰਦੂ ਨੇ, ਤਾਂ ਭਾਈ ਸਾਹਿਬ ਨੇ ਬੜਾ ਠੋਕ ਕੇ ਜਵਾਬ ਦਿੱਤਾ। ਭਾਈ ਕਾਨ ਸਿੰਘ ਨੇ ਇੱਕ ਪੁਸਤਕ ਲਿਖੀ, ਹਮ ਹਿੰਦੂ ਨਹੀਂ। ਸਾਡਾ ਸਿਧਾਂਤ ਵੱਖਰਾ। ਉਹ ਕਹਿੰਦੇ ਜੇ ਨਿਰਵੈਰ ਨਿਰਵੈਰ ਕਹਿੰਦੇ ਆ ਜਾਂ ਨਿਰਭਉ ਨਿਰਭਉ ਕਹਿੰਦੇ ਆ, ਤੁਹਾਡੇ ਹਿਰਦੇ 'ਚ ਅਵਸਥਾ ਨਹੀਂ ਬਣੀ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਜ਼ੁਬਾਨ ਤੋਂ ਕੁਰਲੀਆਂ ਕੀਤੀਆਂ ਨੇ ਪਰ ਅੰਦਰ ਨਹੀਂ ਉਤਰਿਆ। ਪਾਣੀ ਦੀ ਘੁੱਟ ਭਰੀ, ਕੁਰਲੀ ਕੀਤੀ, ਸੁੱਟ ਦਿੱਤੀ, ਹਿਰਦਾ ਕਿਵੇਂ ਠੰਡਾ ਹੋਣਾ ਸੀ ਜੇ ਅੰਦਰ ਨਿਗਲਿਆ ਹੀ ਨਹੀਂ। ਤੋ ਜਿਨ੍ਹਾਂ ਨੇ ਜਪਿਆ ਉਹ ਨਿਰਭਉ ਹੋ ਗਏ। ਜਿਨ੍ਹਾਂ ਨੇ ਉਸ ਨੂੰ ਆਪਣੇ ਅੰਦਰ ਸਵੈ ਚਿੰਤਨ ਦੇ ਵਿੱਚ ਲਿਆਂਦਾ ਕਿ ਪ੍ਰਮਾਤਮਾ ਨਿਰਭਉ ਹੈ, ਉਹ ਭਉ ਤੋਂ ਰਹਿਤ ਹੈ।
ਉਹ ਆਪ ਵੀ ਨਿਰਭਉ ਪਦਵੀ ਨੂੰ ਪ੍ਰਾਪਤ ਹੋ ਗਏ। ਪਰ ਤਨ ਦੁਖ ਕਿਛ ਪਾਪ ਨ ਫੇੜੇ। ਪਰਾਇਆ ਧਨ ਆਦਿਕੇ ਜਿਹੜੇ ਦੋਸ਼ ਨੇ, ਇਹਨਾਂ ਦੋਸ਼ਾਂ ਦੇ ਵਿੱਚ ਉਹ ਕਦੇ ਵੀ ਪ੍ਰਵਿਰਤ ਨਹੀਂ ਹੁੰਦੇ। ਇਹਨਾਂ ਦੋਸ਼ਾਂ ਤੋਂ ਹਮੇਸ਼ਾ ਸੁਤੰਤਰ ਰਹਿੰਦੇ ਹਨ, ਵੱਖਰੇ ਰਹਿੰਦੇ ਨੇ ਰੱਬ ਦੇ ਪਿਆਰੇ। ਜਮ ਜੰਦਾਰ ਨ ਆਵੈ ਨੇੜੇ। ਪਰਾਏ ਧਨ ਨੂੰ ਇਸ ਤਰ੍ਹਾਂ ਜਾਣਦੇ ਨੇ ਜਿਵੇਂ ਕਾਂ ਦਾ ਲੋਸਟ ਹੁੰਦਾ ਹੈ, ਕਾਂ ਦੀ ਗੰਦਗੀ ਹੁੰਦੀ ਹੈ। ਪਰਾਏ ਤਨ ਨੂੰ ਇਸ ਤਰ੍ਹਾਂ ਨਸ਼ਵਰ ਤੇ ਨਾਸ਼ਵਾਨ ਜਾਣਦੇ ਨੇ ਕਿ ਇਹ ਤਾਂ ਬਿਨਸਣ ਵਾਲਾ ਹੈ, ਮੇਰਾ ਸਵਰੂਪ ਇਹ ਨਹੀਂ ਹੈ, ਇਹ ਤਾਂ ਨਾਸ਼ਵਾਨ ਪਸਾਰ ਹੈ ਸਾਰੇ ਜਗਤ ਦਾ। ਵਸਤੂ ਵਿਚਾਰ ਨਾਮਕ ਇੱਕ ਬੜਾ ਪਿਆਰਾ ਸ਼ੁਭ ਗੁਣ ਹੈ, ਵਸਤੂ ਵਿਚਾਰ। ਇਹਦੇ ਨਾਲ ਕਾਮ ਤੇ ਜਿੱਤ ਪ੍ਰਾਪਤ ਹੁੰਦੀ, ਜਿਨ੍ਹਾਂ ਅੰਦਰ ਵਸਤੂ ਵਿਚਾਰ ਆਉਂਦੀ। ਜਿਸ ਨਾਸਕਾ ਨੂੰ ਤੂੰ ਕਹਿਣਾ ਬੜੀ ਸੁੰਦਰ ਹੈ, ਕਿੰਸਕ ਦੇ ਫੁੱਲ ਸਮਾਨ, ਅਸਲੀਅਤ ਹੈ ਇਹਦੇ ਚ ਸੀਂਡ ਭਰੀ ਹੋਈ ਹੈ। ਜਿਨ ਅੱਖਾਂ ਨੂੰ ਤੂੰ ਬੜੀਆਂ ਕੀਮਤੀ ਤੇ ਕਮਲ ਵਰਗੀਆਂ ਦੱਸਦਾ ਹੈ, ਇਹਨਾਂ ਚ ਗਿੱਡ ਭਰਿਆ ਹੋਇਆ ਹੈ। ਜਿਨ੍ਹਾਂ ਦੰਦਾਂ ਨੂੰ ਤੂੰ ਕਹਿਣਾ ਮਰਦਬਾਨ ਦੇ ਫੁੱਲਾਂ ਦੇ ਅਨਾਰ ਦੇ ਦਾਣਿਆਂ ਵਾਂਗੂ ਨੇ, ਅਸਲ ਵਿੱਚ ਇਹਨਾਂ 'ਚ ਇੰਨੀ ਮੈਲ ਭਰੀ, ਜੇ ਇੱਕ ਦਿਨ ਬੁਰਸ਼ ਨਾ ਹੋਵੇ ਤੇ ਇਹੋ ਜਿਹੀ ਦੁਰਗੰਧੀ ਆਉਂਦੀ ਹੈ ਵਿੱਚੋਂ। ਜਿਸ ਚਮੜੀ ਨੂੰ ਤੂੰ ਕਹਿਣਾ ਬੜੀ ਸੁੰਦਰ ਹੈ, ਥੋੜੀ ਜਿਹੀ ਪਾਸੇ ਹਟਾ ਕੇ ਵੇਖ, ਵਿੱਚ ਪੂੰ ਰੇਸ਼ਾ ਤੇ ਮਿੱਝ ਚੱਲਦਾ, ਇਹਨੂੰ ਕਹਿੰਦੇ ਨੇ ਵਸਤੂ ਵਿਚਾਰ। ਵਿਦਿਆਰਥੀਆਂ ਨੂੰ ਸਾਡੇ ਵਿਦਿਆ ਦਾਤਾ ਜੀ ਨੇ ਸਾਨੂੰ ਇੱਕ ਗ੍ਰੰਥ ਪੜ੍ਹਾਇਆ, ਉਸ ਦਾ ਨਾਮ ਸੀ ਵਿਚਾਰ ਸਾਗਰ। ਉਸ ਦੀ 5ਵੀਂ ਤਰੰਗ ਉਹ ਇਸੇ ਵਿਸ਼ੇ ਤੇ ਹੈ, ਵਸਤੂ ਵਿਚਾਰ। ਤੋ ਇਹਨੂੰ ਵਸਤੂ ਵਿਚਾਰ ਦੁਆਰਾ ਪਰ ਤਨ ਦੀ ਜਿਹੜੀ ਵਿਰਤੀ ਉਪਜਦੀ ਹੈ ਹਿਰਦੇ ਵਿੱਚ, ਉਹ ਖਤਮ ਹੋ ਜਾਂਦੀ। ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦੇ ਦੋਸ਼। ਪਰਾਏ ਧਨ ਨੂੰ ਮਿੱਟੀ ਸਮਾਨ ਕਰਕੇ ਤਿਆਗ ਦਿੰਦੇ ਨੇ। ਪਰਾਏ ਤਨ ਨੂੰ ਵਸਤੂ ਵਿਚਾਰ ਦੁਆਰਾ ਉਹ ਸ਼ਾਂਤ ਕਰਕੇ ਇਸ ਦੀ ਵਿਰਤੀ ਦਾ ਤਿਆਗ ਕਰ ਦਿੰਦੇ ਨੇ। ਇਹ ਦੋਖ ਤੇ ਜਾਂ ਇਹਦੇ ਤੋਂ ਇਲਾਵਾ ਹੋਰ ਜਿਤਨੇ ਪਾਪ ਕਰਮ ਨੇ, ਉਹਨਾਂ ਨੂੰ ਨਹੀਂ ਫੇੜੇ, ਮਤਲਬ ਉਹਨਾਂ ਦੇ ਨੇੜੇ ਨਹੀਂ ਆਉਂਦੇ। ਤੇ ਫਿਰ ਜਦੋਂ ਐਸੀ ਅਵਸਥਾ 'ਚ ਟਿਕੇ ਹੁੰਦੇ ਨੇ, ਜਮ ਜੰਦਾਰ ਨਾ ਆਵੇ ਨੇੜੇ, ਜਿੰਦ ਦਾ ਜਿਹੜਾ ਵੈਰੀ ਹੈ ਜਮ, ਉਹ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ। ਹਾਂਜੀ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਇਹ ਤ੍ਰਿਸ਼ਨਾ ਦੀ ਅੱਗ ਵਾਹਿਗੁਰੂ ਨੇ, ਪ੍ਰਮਾਤਮਾ ਨੇ ਆਪ ਬੁਝਾਈ। ਜਿਨ੍ਹਾਂ ਦੇ ਹਿਰਦੇ 'ਚ ਬੁਝਾਈ, ਉਹਨਾਂ ਹਿਰਦਿਆਂ 'ਚ ਬੁੱਝੀ ਹੈ। ਇਹ ਤ੍ਰਿਸ਼ਨਾ ਦੀ ਅਗਨੀ ਪ੍ਰਭੂ ਨੇ ਆਪ ਤਰਸ ਕਰਕੇ, ਦਇਆ ਕਰਕੇ ਜਿਨ੍ਹਾਂ ਦੇ ਹਿਰਦੇ 'ਚ ਬੁਝਾਈ ਹੈ, ਉਹਨਾਂ ਹਿਰਦਿਆਂ 'ਚ ਅੱਗ ਬੁਝਦੀ ਹੈ। ਨਾਨਕ ਉਦਰੇ ਪ੍ਰਭ ਸ਼ਰਨਾਈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਨੇ, ਜਿਹੜੇ ਪ੍ਰਭੂ ਦੀ ਸ਼ਰਨ ਪੈ ਜਾਂਦੇ ਨੇ, ਉਹ ਇਸ ਭਾਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਉਧਰ ਜਾਂਦੇ ਨੇ, ਤਰ ਜਾਂਦੇ ਨੇ। ਜਿਹੜੇ ਪ੍ਰਭੂ ਦੀ ਸ਼ਰਨ ਪੈ ਗਏ, ਉਧਰ ਗਏ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਇਹ ਬਰਕਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।